ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰਹੁ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ ਇਮ ਉਧਾਰ ਤਰ ਆਤਮਾ ਨਰਗਣ ਕੀਨ ਨਿਹਾਲ। ਫੂਲੇ ਕੀਰਤ ਮਾਲਤੀ ਕਰ ਕਰ ਬਿਖੈ ਵਿਸਾਲ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇਮ ਉਧਾਰ ਤਰ ਆਤਮਾ ਨਰਗਣ ਕੀਨ ਨਿਹਾਲ। ਫੂਲੇ ਕੀਰਤ ਮਾਲਤੀ ਕਰ ਕਰ ਬਿਖੈ ਵਿਸਾਲ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਆਪ ਜੀ ਨੇ ਪਿਛਲੇ ਪ੍ਰਕਰਨਾਂ ਵਿੱਚ ਸਰਵਣ ਕੀਤਾ ਸੀ ਕਿ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋ ਗਈ। ਬਹੁਤ ਸਾਰੀਆਂ ਸਿੱਖ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਚੱਲ ਕੇ। ਕੋਈ ਕਾਮਨਾ ਲੈ ਕੇ ਆਉਂਦਾ ਹੈ, ਕੋਈ ਕਿਸੇ ਤਰ੍ਹਾਂ ਦੀ ਭਾਵਨਾ ਲੈ ਕੇ ਆਉਂਦਾ ਹੈ, ਔਰ ਕੋਈ ਨਿਸ਼ਕਾਮ ਰੂਪ ਦੇ ਵਿੱਚ ਸੇਵਾ ਕਰਦੇ ਨੇ। ਭਾਵਨਾ ਕਾਮਨਾ ਵਾਲੇ ਵੀ ਧੰਨ ਗੁਰੂ ਅਰਜਨ ਦੇਵ ਜੀ ਤੋਂ ਮੰਗਦੇ ਕੁਝ ਨਹੀਂ, ਬੋਲ ਕੇ ਨਹੀਂ ਮੰਗਦੇ, ਪਰ ਜਿਵੇਂ ਜਿਵੇਂ ਦੇ ਕਾਮਨਾ ਕੋਈ ਲੈ ਕੇ ਆਇਆ, ਕਿਸੇ ਨੂੰ ਪੁੱਤ ਚਾਹੀਦਾ ਹੈ, ਧੀ ਚਾਹੀਦੀ ਹੈ, ਧਨ ਪਦਾਰਥ ਚਾਹੀਦੇ ਨੇ, ਕਿਸੇ ਨੇ ਮਾਲ ਡੰਗਰ ਦੇ ਵਾਧੇ ਵਾਸਤੇ ਅਰਦਾਸ ਬੇਨਤੀਆਂ ਕੀਤੀਆਂ, ਔਰ ਜੋ ਜੋ ਵੀ ਕਾਮਨਾ ਰੱਖੀ ਗੁਰੂ ਸਾਹਿਬ ਨੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ, ਸਭ ਨੂੰ ਨਿਹਾਲ ਕੀਤਾ ਹੈ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਜੀ ਦੀ ਔਰ ਧੰਨ ਗੁਰੂ ਅਰਜਨ ਦੇਵ ਜੀ ਜਿਹੜੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਨੇ, ਇਹਨਾਂ ਦੀ ਮਹਿਮਾ, ਇਹ ਜਸ ਜਿਹੜਾ ਸੀ ਘਰ ਘਰ ਦੇ ਵਿੱਚ ਇਸ ਤਰ੍ਹਾਂ ਫੈਲ ਗਿਆ ਜਿਵੇਂ ਮਾਲਤੀ ਦੇ ਫੁੱਲ ਦੀ ਖੁਸ਼ਬੂ ਫੈਲਦੀ ਹੈ। ਚੌਪੇ ਜਿਸ ਕੇ ਹੋਏ ਕਾਮ ਨਾ ਆਵੈ, ਤੀਰਥ ਕਾਰ ਕਰੇ ਚਿਤ ਲਾਵੈ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਜਿਸ ਵੀ ਮਨ ਵਿੱਚ ਕਿਸੇ ਦੀ ਕਾਮਨਾ ਹੁੰਦੀ ਸੀ, ਉਹ ਧੰਨ ਗੁਰੂ ਅਰਜਨ ਦੇਵ ਜੀ ਤੋਂ ਜਾ ਕੇ ਮੰਗਦਾ ਨਹੀਂ ਸੀ, ਸਗੋਂ ਆ ਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਲੱਗ ਜਾਂਦਾ ਸੀ। ਕੇਤਕ ਸਿੱਖਣ ਕੇ ਇਹ ਨਾਮੂ, ਵਰਣਨ ਕਰੋ ਸੁਣੋ ਅਬਰਾਮੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਨੇ ਕਾਰ ਸੇਵਾ ਕੀਤੀ, ਬੇਨਤੀ ਨੇ ਕਿ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਕੀਤੀਆਂ ਨੇ, ਹਾਲ ਕੀਤਾ, ਪਰ ਉਹਨਾਂ ਦੇ ਵਿੱਚੋਂ ਕੁਝ ਕੁ ਸਿੱਖ ਨੇ ਜਿਨ੍ਹਾਂ ਦੇ ਨਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਇੱਥੇ ਵਰਣਨ ਕਰਨਾ, ਔਰ ਉਹਨਾਂ ਨੇ ਬੜੀ ਹੀ ਭਾਵਨਾ ਦੇ ਨਾਲ ਸੇਵਾ ਕੀਤੀ। ਭਾਏ ਬੁੱਢਾ ਜੁਤ ਪਰਿਵਾਰ, ਸੁਤ ਪੁੱਤਰਾਦ ਸਹਿਤ ਕਰਕਾਰ। ਕਹਿੰਦੇ ਬਾਬਾ ਬੁੱਢਾ ਜੀ ਆਪ ਕਾਰ ਸੇਵਾ ਕਰਦੇ ਨੇ। ਬਾਬਾ ਬੁੱਢਾ ਜੀ ਦਾ ਸਾਰਾ ਪਰਿਵਾਰ ਸੇਵਾ ਕਰਦਾ ਹੈ। 4 ਪੁੱਤਰ ਨੇ, ਅੱਗੇ ਪੋਤਰੇ ਨੇ, ਸਾਰੇ ਆ ਕੇ ਸੇਵਾ ਦੇ ਵਿੱਚ ਲੱਗੇ ਨੇ। ਸਿੱਖ ਭਾਈ ਭਗਤੂ ਗੁਣ ਧਾਮੂ, ਕਰੇ ਕਾਰ ਸਿਮਰੇ ਸਤਨਾਮੂ।
ਔਰ ਉਹਨਾਂ ਸਿੱਖਾਂ ਦੇ ਵਿੱਚੋਂ ਇੱਕ ਭਾਈ ਭਗਤੂ ਹੈ, ਜਿਹੜੇ ਗੁਣਾਂ ਦਾ ਘਰ ਹੀ ਨੇ, ਗੁਣਾਂ ਦਾ ਖਜ਼ਾਨਾ ਕਹਿ ਲਈਏ। ਉਹ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਔਰ ਇਸ ਕਾਰ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਨੇ। ਮੰਝ ਪਿਰਾਣਾ ਸਿੱਖੀ ਪੋਤਾ, ਕਰੇ ਕਾਰ ਔਰ ਆਨੰਦ ਉਦੋਤਾ। ਭਾਈ ਮੰਝ ਜੀ, ਭਾਈ ਪਿਰਾਣਾ ਜੀ ਸਿੱਖੀ ਦੇ ਜਿਹੜੇ ਜਹਾਜ਼ ਸਨ, ਜਿਹੜੇ ਮਨ ਦੇ ਵਿੱਚ ਬੜਾ ਹੀ ਆਨੰਦ ਧਾਰ ਕੇ ਗੁਰੂ ਘਰ ਦੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਦੇ ਸਨ। ਭਾਉ ਭਗਤ ਕੋ ਪਉਣ ਹੁਲਾਸ, ਕਰੇ ਕਾਰ ਭਾਈ ਗੁਰਦਾਸ। ਤੇ ਭਾਈ ਗੁਰਦਾਸ ਜੀ ਜਿਨ੍ਹਾਂ ਦੇ ਅੰਦਰ ਪ੍ਰੇਮ ਵੀ ਹੈ, ਭਗਤੀ ਵੀ ਹੈ। ਭਾਉ ਭਗਤ ਕੋ ਪਉਣ ਹੁਲਾਸ, ਉਹ ਭਾਈ ਗੁਰਦਾਸ ਜੀ ਜਿਹੜੇ ਪ੍ਰੇਮਾ ਭਗਤੀ ਦੇ, ਪ੍ਰੇਮ ਔਰ ਭਗਤੀ ਦੇ ਆਨੰਦ ਦੇ ਘਰ ਹੀ ਨੇ। ਉਹ ਭਾਈ ਗੁਰਦਾਸ ਜੀ ਆਪ ਵੀ ਸੇਵਾ ਕਰਦੇ ਨੇ ਔਰ ਸਿੱਖ ਸੰਗਤਾਂ ਨੂੰ ਕਹਿ ਕਹਿ ਕੇ ਸੇਵਾ ਕਰਵਾਉਂਦੇ ਵੀ ਨੇ। ਦੋਹਰਾ ਪੂਰੀਆ ਚੂਹੜ ਚੌਧਰੀ, ਪੈੜਾ ਕਿਸ਼ਨਾ ਨਾਮ। ਇਹ ਕੁਝ ਕੁ ਸਿੱਖਾਂ ਦੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਾਮ ਹੈ ਕਿ ਜਿਨ੍ਹਾਂ ਦੀ ਸੇਵਾ ਦਾ ਵਰਣਨ ਕੀਤਾ ਔਰ ਸਿੱਖ ਤੇ ਬੇਨਤੀ ਨੇ। ਸਾਰਿਆਂ ਦੇ ਨਾਂ ਨਹੀਂ ਲਿਖੇ ਜਾ ਸਕਦੇ, ਪਰ ਕੁਝ ਕੁ ਸਿੱਖਾਂ ਦੇ ਲਿਖੇ ਨੇ, ਜਿਨ੍ਹਾਂ 'ਚ ਹੋਰ ਉੱਗੇ ਸਿੱਖ ਨੇ ਭਾਈ ਪੁਰੀਆ ਜੀ, ਭਾਈ ਚੂਹੜ ਚੌਧਰੀ ਜੀ, ਭਾਈ ਪੈੜਾ ਜੀ, ਭਾਈ ਕਿਸ਼ਨਾ ਜੀ। ਬਾਲਾ ਸੁਗੜ ਤੇ ਲੋਕ ਹੈ, ਸਮੁੰਦਾ ਗੁਣ ਧਾਮ। ਭਾਈ ਬਾਲਾ ਜੀ, ਸੁਗੜ ਜੀ, ਭਾਈ ਤਲੋਕ ਜੀ, ਭਾਈ ਸਮੁੰਦਾ ਜੀ ਜਿਹੜੇ ਸੋਮਾ, ਇਹ ਗੁਣਾਂ ਦਾ ਸੋਮਾ ਨੇ, ਗੁਣਾਂ ਦੇ ਘਰ ਨੇ। ਬੁੱਲਾ ਚੰਡੇ ਤੁਲਸੀਆ, ਭਾਗੀਰਥ ਕਲਿਆਣ। ਇਹਨਾਂ ਵਿੱਚ ਭਾਈ ਬੁੱਲਾ ਜੀ, ਭਾਈ ਚੰਡੀ, ਭਾਈ ਤੁਲਸੀਆ, ਭਾਈ ਭਗੀਰਥ ਜੀ ਤੇ ਭਾਈ ਕਲਿਆਣ ਜੀ। ਉਹ ਭਾਈ ਕਲਿਆਣ ਜੀ ਜਿਹੜੇ ਮੰਡੀ ਰਾਜੇ ਦੇ ਕੋਲ ਗਏ ਸਨ। ਮੰਡੀ ਵਾਲੇ ਰਾਜੇ ਨੂੰ ਸਣੇ ਰਾਣੀਆਂ ਸਾਰਿਆਂ ਨੂੰ ਇਸ ਥਾਂ 'ਤੇ ਲੈ ਕੇ ਆਏ ਸਨ ਜਿਸ ਤੋਂ ਬਾਅਦ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ। ਲਾਲੋ ਬਾਲੋ ਹਰੀ ਜਨ, ਗੋਖੋ ਟੋਡ ਮਹਾਨ। ਔਰ ਇਹਨਾਂ ਦੇ ਵਿੱਚ ਭਾਈ ਕੋਖੂ ਜੀ, ਭਾਈ ਬਾਲੂ ਜੀ, ਭਾਈ ਲਾਲੂ ਜੀ, ਇਹ ਹਰੀਜਨ ਕੁਝ ਸਿੱਖ ਨੇ ਜਿਹੜੇ ਬੜੇ ਮਹਾਨ ਸਿੱਖ ਨੇ। ਝੰਜ ਕਿਦਾਰਾ ਗੋਇੰਦਾ, ਮੋਹਣ ਕੂਕਾ ਜਾਣ। ਭਾਈ ਝੰਜ ਜੀ, ਭਾਈ ਕਿਦਾਰਾ ਜੀ, ਭਾਈ ਗੋਇੰਦਾ, ਭਾਈ ਮੋਹਣ ਜੀ, ਕੂਕਾ ਆਦਿ। ਬਾਲਾ ਮਰਵਾਹਾ ਅਪਰ ਜੋਧਾ, ਟੁੱਟਾ ਆਣ। ਕਹਿੰਦੇ ਇਹਨਾਂ ਦੇ ਵਿੱਚ ਭਾਈ ਬਾਲਾ ਮਰਵਾਹਾ ਜੀ ਨੇ, ਇਹਨਾਂ ਦੇ ਵਿੱਚ ਭਾਈ ਜੋਧਾ ਟੁੱਟਾ ਜੀ ਨੇ। ਹੋਰ ਬੜੇ ਮਹਾਨ ਸਿੱਖ ਨੇ, ਉਹਨਾਂ ਵਿੱਚੋਂ ਇਹ ਕੁਝ ਸਿੱਖ ਨੇ। ਕਹਿੰਦੇ ਇਤਿਆਦਿਕ ਕੀਤੇ ਗਿਣੇ, ਸਿੱਖ ਲੱਗੇ ਸਭ ਕਾਰ। ਇਤਿਆਦਿਕ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੇ ਔਰ ਬਹੁਤ ਸਾਰੇ ਨੇ ਜਿਹੜਾ ਇਹਨਾਂ ਦੇ ਵਾਂਗੂ ਜਾਂ ਕਹਿ ਲਈਏ ਕਿ ਇਹਨਾਂ ਤੋਂ ਵੱਧ ਹੋ ਸਕਦਾ, ਉਹ ਪ੍ਰੇਮ ਦੇ ਨਾਲ ਸੇਵਾ ਕਰਨ ਵਾਲੇ ਨੇ। ਪਰ ਇਹ ਕੁਝ ਕੁ ਨਾਂ ਨੇ ਜਿਨ੍ਹਾਂ ਦੇ ਨਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਬੜੇ ਪਿਆਰ ਦੇ ਨਾਲ ਸੇਵਾ ਦੇ ਵਿੱਚ ਲੱਗੇ ਨੇ। ਗਣ ਮਸੰਦ ਸਭ ਦੇਸ਼ ਤੇ, ਸੰਗਤ ਲਿਆਏ ਹਜ਼ਾਰ। ਔਰ ਸਾਰੇ ਦੇ ਸਾਰੇ ਮਸੰਦ ਨੇ, ਉਹ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਦੂਰ ਦੂਰ ਤੋਂ ਸਿੱਖ ਸੰਗਤ ਲੈ ਕੇ ਆਉਂਦੇ ਨੇ। ਚੌਪਈ ਦਿਨ ਪ੍ਰਤ ਗਣ ਮਸੰਦ ਹਰ ਖਾਵੈ, ਨਈ ਨਈ ਸੰਗਤ ਨਿਤ ਆਵੈ। ਦਿਨਾਂ ਪ੍ਰਤੀ ਦਿਨ ਨਵੇਂ ਤੋਂ ਨਵੀਂ ਸੰਗਤ ਆਉਂਦੀ ਹੈ। ਮਸੰਦ ਬਹੁਤ ਬਹੁਤ ਦੂਰ ਤੋਂ ਕਈ ਮਹੀਨਿਆਂ ਬਾਅਦ, ਕਈ ਸਾਲਾਂ ਬਾਅਦ ਜਿਹੜੇ ਵਾਪਸ ਮੁੜਦੇ ਨੇ, ਉਹ ਵੀ ਆ ਕੇ ਬੜੇ ਪ੍ਰਸੰਨ ਹੁੰਦੇ ਨੇ। ਪਰਬ ਵਿਸਾਖੀ ਆਦਿਕ ਜੇ, ਮੇਲਾ ਮਹਾ ਉਪਾਇਣ ਦੇ। ਔਰ ਵਿਸਾਖੀ ਆਦਿ ਵਰਗੇ ਜਿਹੜੇ ਪਰਬ ਹੁੰਦੇ ਨੇ, ਉਦੋਂ ਦੇ ਸਿੱਖ ਸੰਗਤਾਂ ਦਾ ਇਕੱਠ ਇੰਨਾ ਹੁੰਦਾ ਕਿ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਭੇਟਾਵਾਂ ਦੇ ਵੱਡੇ ਵੱਡੇ ਭੰਡਾਰ ਭਰ ਜਾਂਦੇ ਨੇ, ਢੇਰ ਲੱਗ ਜਾਂਦੇ ਨੇ। ਸੋ ਸਗਰੇ ਸਰ ਕੇ ਕਰ ਕਾਰ, ਬਹੁਰ ਜਾਏ ਨਿਜ ਗ੍ਰਹਿ ਮਜਾਰ। ਉਹ ਸਾਰੀਆਂ ਸਿੱਖ ਸੰਗਤਾਂ ਇੱਥੇ ਆ ਕੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਦੀਆਂ ਨੇ, ਫਿਰ ਘਰਾਂ ਨੂੰ ਜਾਂਦੀਆਂ ਨੇ। ਕੋ ਇੱਕ ਦਿਨ, ਕੋ ਦੁਆ ਦਿਨ ਕਰੈ, ਕੋ ਤ੍ਰੈ ਦਿਨ ਰਹਿ ਕੈ ਹਿਤ ਧਰੈ। ਦੂਰ ਤੋਂ ਸੰਗਤਾਂ ਆਉਂਦੀਆਂ ਨੇ,
कोई एक दिन रह के सेवा करता, कोई 2 दिन रहिंदा, कोई 3 दिन रह के सेवा करता है। को 10 दिन को पख्यत रहत, कार करे बड़ लाभ लहत। और सिख जानते ने इस कार सेवा के विचों लाह बड़ा वड्डा है। कोई 10 दिन आके रहिंदा, कोई 15 दिन सेवा करता है। को 1 मास मास दोए रहे, को 3 मास कष्ट फल लहै। कहते कोई 1 महीना रह के लगातार सेवा करता, कोई 2 महीने, कोई 3 महीने। और बहुत सारे सिख ऐसे ने जिहड़े 6-6 महीने घरां दे विच जांदे ही नहीं, 6-6 महीने इत्थे रह के गुरु घर दे विच लगातार सेवा करते हैं। जिसको होए कामना आवे, तीरथ कार करे चित लावै। और जिवें जिवें सिख सुनते ने ना कि अमृत सरोवर की कार सेवा चलती है, इत्थे सेवा करके सारिया मनोकामना पूरी होंदियां ने। फिर जिवें जिवें दी भी कामना किसी के मन में आउंदी है ना, वो आके मंगते नहीं, वो आके बस इस अमृत सरोवर की कार सेवा दे विच लग जाते हैं। सो अपने पूर्ण कर लेत, सदा बरत कीनस गुर देत। क्योंकि धन गुरु अर्जन देव जी ने यह सदा बरत ला दिता। सदा बरत तो भाव सदा दी लंगर ला दिता है। एक लंगर वो जिहड़ा प्रशादे वाला चलता है, एक लंगर ये है कि मनोकामना किसी को कह के मंगन की भी लोड़ नहीं, मनोकामना रख के कोई आके सेवा करता है। तो सतगुरु धन गुरु रामदास जी, गुरु अर्जन देव जी, उन्होंने मनोकामना पूरियां करी आउंदे ने। ये मनोकामना का लंगर ला दिता। खड़े मृत का वहर गिरनते, करा मात ते याद लहनते। कहते गुरु के सिख टोकरे भर भर के मिट्टी पुट पुट के सरोवर दे विचों बाहर सुटते हैं। और जिवें जिवें मिट्टी सुटते हैं, जिवें जिवें सेवा करते हैं, गुरु की बरकत उन्हां ते हुंदी, उन्हां दे विच भी करामात आ जांदियां ने। करामातां दे नाल भर जांदे ने गुरु के सिख। निध सिद्ध जे समूह रिद जेती, प्राप्त होत कामना तेती। जेड़े कामना रख के आउंदे ने, उन्हां दी सारियां कामनावां पूरीआं हुंदियां ने। और जेड़े निष्काम सेवा करते हैं, उन्हां दे ते रिद्धियां सिद्धियां उन्हां दे पैरां विच आके नमस्कार करदियां ने। सारियां ताकतां सारियां रिद्धियां सिद्धियां उन्हां नूं मिलदियां ने जेड़े निष्काम होकर सेवा दे विच लगे ने। केतक सिख आप ते आए, किन्हूं ढिग नार पठे बुलाए। और हज़ारां की गिनती में सिख आके सेवा करते हैं। इन्हां विच तो बहुत सारे तो जिहड़े ने अपने आप ही आके सेवा में लगे ने। और कईयां नूं गुरु साहब ने दूर दूर तक बंदे भेज के, सिख भेज के उन्होंने बुलाया है, भाई सेवा करो। कोई 2-4 दिन, कोई हफ्ता 10 दिन, कोई महीना 2 महीने। पूर्ण होत जाचना ज्यों ज्यों, सुन सुन जस आवत नर त्यों त्यों। जिवें जिवें सिखां दीयां कामनावां पूरीआं हुंदियां ने। और सिख फिर एक दूजे नूं जाके दसदे भी ने, भाई महीना सेवा की, 2 महीने सेवा की, मेरा तो काम पूरा हो गया। अरदास की सी, अरदास मेरी पूरी हो गई। ये सुन सुन के फिर सिख होर आउंदे ने कि साडी भी कामना पूरी होवेगी। होत हजारन को कल्याण, सतगुर बड़ उधार दे दान। धन गुरु अर्जन देव महाराज जी उधार जित ने, सब नूं खुला दान दिंदे ने। और सब दी मनोकामना पूरियां हुंदियां ने। जिहड़ा भी भावना लाउंदा है, उसे दा गुरु अर्जन देव जी कल्याण करदे ने। पाए कामना एक नर जावै, जह कह कीरत करत सुनावै। भावें अज वर्गा युग ते नहीं सी कि बस माड़ी जी खबर ला दी सारी दुनिया में फैल गई। पर जेड़े भी सिख मनोकामना जिंदी पूरी हुंदी, जिथे जिथे जाता है, जेड़ा भी मिलता है, अपनी कामना बारे और गुरु घर की इस रहमत बारे सब नूं जाके दसदा है। सुन कै अपर चौंप बड़ धरै, पहुँच गुरु ढिग सेवा करे। और जेड़े सुनते ने कि अच्छा जी इन्ने दिन सेवा की, मन की कामना पूरी हो गई, उन्हां दे मन में सुन सुन के होर चाह चढ़ता है कि असीं भी जाके वध चढ़ के सेवा करिए, सेवा च हिस्सा पाइए। अपनी आए पूरे अभिलाखा,
सिमरन करै प्रेम उर राखा, वो भी फिर पहुँच के आके सेवा करके अपने मन की ਜਿਹੜੀ भी अभिलाखा है वो पूरी करते हैं, सेवा करते हैं, नाले सतनाम वाहिगुरू का सिमरन प्रेम के नाल करते हैं। ਸਰੋਤਾ ਸੁਣਕਾਰ शुभ इतिहास, चित में चौंप विशाल प्रकाश। और कवि संतोख सिंह जी लिखते हैं ਜਿਹੜੇ ਸਰੋਤਾ जी ने सेवा ध्यान के नाल ये प्रसंग भी सुनते हैं ना, इतिहास सुनते हैं, इस सेवा का इतिहास सुन सुन के उन्होंने मन में भी बड़ा प्रेम पैदा होता है, उन्होंने मन च भी चाह पैदा होता है कि सेवा असी भी करिए। सिखण गण के सुन कर नाम, जिनको प्राप्त उत्तम धाम। कहते जो ਸਰੋਤਿਆਂ ने सुनिया कुछ सिखां दे नाम कवि संतोख सिंह ने उत्ते लिखे, तो सिखां दे मन दे विच बड़ा चाह होया, बड़े प्रसन्न होए कि ये जिहड़े सिखां दे नाम लिखे ने ये सचमुच ही निष्काम सेवा की और बड़ी बड़ी उच्ची वड्डी पदवी इन्होंने पैदा की, इन्होंने मिली। ज्ञानवान पूर्ण पद पायो, जिन सिखण सतगुरु रिझायो। और वो ਸਰੋਤੇ एक कथा सुन के कहते हैं कि भाई संतोख सिंह जी कि वो जिहड़े सिख ने पूरे ज्ञानवान हो गए, जिन्हों ने सेवा की बड़ी उच्ची कह लिए पूर्ण पदवी उन्होंने मिली कि जिन्हों ने सेवा करके अपने गुरु को प्रसन्न उस वेले किया। तिन के करो वारता सारे, जे जे भए परम उपकारी। तो कवि संतोख सिंह जी लिखते हैं कि ये कथा, क्योंकि वो जिहड़ी कथा लिखते सन वो शाम को रोज़ कथा करते भी सन। तो कवि संतोख सिंह जी लिखते हैं कि जो ਸਰੋਤਿਆਂ ने सुनिया इन्होंने सिखां के नाम सुने, तो ਸਰੋਤੇ कहते हैं कि भाई साहब जी उन्होंने सिखां के बारे, उन्होंने जीवन के बारे किवें उन्होंने सेवा की, किवें पदवियां मिलियां, उन्होंने बारे भी सानू समझाओ, दसो। जे जे नामे सिखण सुजाने, तिनके कहो प्रसंग महाने। कि वो ਸਰੋਤੇ कहते हैं भाई जी कि जेड़े जेड़े बड़े मशहूर सिख होए ने, भावना वाले होए ने, जिन्हों के बारे तुसीं जानते हो, उन्होंने सारे के बड़े महान प्रसंग होणगे, वो प्रसंग सानू सारिआं दे सुनाओ। जिस प्रकार सेवा गुर की नस, मिलकर जथा परम पद लीनस। कि जिवें वो सिख गुरु के चरणों में आए, जिवें उन्होंने सिक्खी धारण की, जिवें सेवा करके उन्होंने सिक्खी वाली पदवी गुरु साहब तो प्राप्त की, ये सारी कथा सानू सुनाओ। सो सब कहो कथा रमणीका, सुनत प्रेत ते जिम होए निका। क्योंकि कार सेवा वाली कथा सुन के ਸਰੋਤਿਆਂ के मन के सुनने वाले के मन में चाह बड़ा पैदा होया सी। तो वो कहते हैं भाई साहब जी ये भी कथा सुनाओ कि वो सेवा करने वाले ते गुरु साहब ने किवें कृपा की, जिन्हों सुन के साडे अंदर एक प्रेम पैदा होगा। ਸਰੋਤਣ के सुन के सब बैन, वारता भयो प्रफुल्लित नैन। कहते ਸਰੋਤਿਆਂ ਦੇ ਜਦੋਂ ਇਹ बचन सुने तो कवि संतोख सिंह जी लिखते हैं कि उदों बुलारे दे भी ਜਿਹੜੇ नैन ने एकदम खिड़ जाते हैं कि हाँ साडी कथा नूं कोई सुनता है, किसी के अंदर चाह है, कोई पुछदा है। तो कवि संतोख सिंह जी लिखते हैं मेरे अंदर भी बड़ा चाह पैदा होया, मैं भी बड़ा प्रसन्न होया। निश्चय प्रेम लख्यो तुम साचो, चित राचो हित सुन उबाचो। हुण कवि संतोख सिंह जी लिखते हैं कि जदों ਸਰੋਤੇ जदों भगते नूं पुछदे ने तो फिर भगता कहंदा सचमुच कि निश्चय तुसीं सच्चा प्रेम में समझिया है, चित्त की रुचि नाल तुसीं सुनने वाले हो, तो तां ही सुनने वास्ते सुनने वास्ते क्या है। तो कवि संतोख सिंह जी कहते हैं या ते मैं वर्णो सब कथा, सिखण गण प्रसंग है जथा। इस करके कवि संतोख सिंह जी लिखते हैं उन्होंने ਸਰੋਤਿਆਂ के ये बचन सुन के उन्होंने तो बेनती की। भाई संतोख सिंह जी लिखते हैं मेरे वास्ते हुक्म सी
कि ਸਰੋਤਿਆਂ ਦਾ ਹੁਕਮ ਸੁਣ ਕੇ ਫਿਰ ਮੈਂ ਜਿੰਨੇ ਕੁ ਸਿੱਖਾਂ ਬਾਰੇ ਕੁਝ ਜਾਣਿਆ, ਉਹਨਾਂ ਦੇ ਜੀਵਨ ਬਾਰੇ ਜਾਣਿਆ, ਸੇਵਾ ਬਾਰੇ ਜਾਣਿਆ, ਉਹਨਾਂ ਦੇ ਪ੍ਰਸੰਗ ਫਿਰ ਮੈਂ ਅੱਗੇ ਲਿਖੇ। ਜਿਸ ਕੇ ਸੁਣਤ ਪਾਪ ਬਿਨਸਾਵੈ, ਸਰੋਤਾ ਮਹਾਪੁੰਨ ਕੋ ਪਾਵੈ। ਔਰ ਉਹ ਸਿੱਖਾਂ ਦੇ ਉਹ ਪ੍ਰਸੰਗ ਨੇ ਜਿਨ੍ਹਾਂ ਸੁਣ ਕੇ ਕਈ ਤਰ੍ਹਾਂ ਦੇ ਪਾਪ ਦੂਰ ਹੋ ਜਾਂਦੇ ਨੇ, ਕਈ ਵਿਕਾਰ ਦੂਰ ਹੁੰਦੇ ਨੇ। ਜਿਨ੍ਹਾਂ ਪ੍ਰਸੰਗਾਂ ਨੂੰ ਸੁਣ ਕੇ ਮਨ ਦੇ ਵਿੱਚ ਇੱਕ ਪ੍ਰੇਮ ਤੇ ਇੱਕ ਸੇਵਾ ਭਗਤੀ ਭਾਵਨਾ ਪੈਦਾ ਹੁੰਦੀ ਹੈ। ਸੋ ਸਭ ਸੁਣੋ ਰੁਚਰ ਵੱਡ ਭਾਗੋ, ਜਿਸ ਤੇ ਗੁਰ ਪੱਗ ਸੋ ਅਨੁਰਾਗੋ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਵੱਡੇ ਭਾਗਾਂ ਵਾਲਿਓ, ਕਹਿੰਦੇ ਸਾਰੇ ਜਿਹੜੇ ਪ੍ਰਸੰਗ ਨੇ ਬੜੇ ਪ੍ਰੇਮ ਦੇ ਨਾਲ ਸੁਣੋ, ਕਿ ਜਿਨ੍ਹਾਂ ਨੂੰ ਸੁਣ ਕੇ ਗੁਰੂ ਚਰਨਾਂ ਦੇ ਵਿੱਚ ਪ੍ਰੇਮ ਵੱਧਦਾ ਹੈ। ਕਰ ਕਰ ਪ੍ਰੇਮ ਸੇਵ ਜਿਨ ਕੀਨੀ, ਮਹਿਮਾ ਸਤਿਗੁਰ ਕੇ ਬੜ ਚੀਨੀ। ਕਿ ਜਿਨ੍ਹਾਂ ਸਿੱਖਾਂ ਨੇ ਵੀ ਪ੍ਰੇਮ ਕਰਕੇ ਸੇਵਾ ਕੀਤੀ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਵੱਡੀ ਮਹਿਮਾ ਨੂੰ ਜਾਣਿਆ। ਬ੍ਰਹਮ ਗਿਆਨ ਕੋ ਪਾਏ ਵਿਸਾਲਾ, ਜਨਮ ਮਰਨ ਹੱਥ ਕਸ਼ਟ ਕਰਾਲਾ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣ ਕੇ ਉਦਮ ਕੀਤਾ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਕੀਤਾ। ਜਿਨ੍ਹਾਂ ਨੇ ਜਨਮ ਮਰਨ ਦੇ ਕਸ਼ਟਾਂ ਦਾ ਨਾਸ਼ ਕਰ ਲਿਆ। ਬ੍ਰਿਧ ਮਿਲਿਓ ਸ੍ਰੀ ਨਾਨਕ ਸਾਥ, ਪੂਰਬ ਕਹਿ ਆਏ ਇਹ ਗਾਥ। ਹੁਣ ਸਿੱਖਾਂ ਨੇ ਜਿਹੜੇ ਨਾਂ ਕਵੀ ਸੰਤੋਖ ਸਿੰਘ ਜੀ ਲਿਖੇ, ਇਹਨਾਂ ਦੇ ਬਾਰੇ ਕਿਹਾ ਕਿ ਜਿਨ੍ਹਾਂ ਬਾਰੇ ਜਾਣਦੇ ਹੋ ਲਿਖੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਭ ਤੋਂ ਪਹਿਲੋਂ ਭਾਈ ਬੁੱਢਾ ਜੀ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਤੇ ਜਿਵੇਂ ਮਿਲੇ, ਜਿਵੇਂ ਚਰਨਾਂ ਦੇ ਵਿੱਚ ਆਏ, ਉਹ ਪਿੱਛੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਾਖੀ ਦੇ ਵਿੱਚ ਪ੍ਰਸੰਗ ਇਤਿਹਾਸ ਦੇ ਵਿੱਚ ਮੈਂ ਸੁਣਾ ਆਇਆ ਹਾਂ। ਅਬ ਭਗਤੋ ਜਿਮ ਘਾਲੇ ਘਾਲ, ਭਇਓ ਜਨਮ ਜਿਮ ਗੁਰ ਬਚਨਾਲ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਬੁੱਢਾ ਜੀ ਤੋਂ ਬਾਅਦ ਅੱਗੇ ਦੂਸਰਾ ਨਾਂ ਆਇਆ ਸੀ ਭਾਈ ਭਗਤੂ ਜੀ। ਕਿ ਜਿਵੇਂ ਭਾਈ ਭਗਤੂ ਜੀ ਨੇ ਸੇਵਾ ਕੀਤੀ, ਜਿਵੇਂ ਭਾਈ ਭਗਤੂ ਜੀ ਦਾ ਗੁਰੂ ਦੇ ਬਚਨਾਂ ਕਰਕੇ ਜਨਮ ਹੋਇਆ, ਕਹਿੰਦੇ ਸੋ ਮੈਂ ਕਹੂੰ ਸੁਣੋ ਬਿਰਤੰਤ, ਜਿਸ ਮੈਂ ਮਹਿਮਾ ਗੁਰ ਭਗਵੰਤ। ਕਹਿੰਦੇ ਉਹ ਭਾਈ ਭਗਤੂ ਜੀ ਦਾ ਉਹ ਸਾਰਾ ਪ੍ਰਸੰਗ ਮੈਂ ਸੁਣਾਉਣਾ, ਜਿਹਦੇ ਵਿੱਚ ਸਾਰੇ ਬਿਰਤਾਂਤ ਦੇ ਵਿੱਚ ਮੇਰੇ ਸਤਿਗੁਰੂ ਜੀ ਦੀ ਬੜੀ ਮਹਿਮਾ ਹੈ, ਗੁਰੂ ਦਾ ਹੀ ਜਸ ਹੈ। ਪੁਨਾ ਅਪਰ ਸਿੱਖਣ ਕੇ ਕਹੋ, ਜਿਸ ਪ੍ਰਕਾਰ ਸੁਣ ਕਰ ਉਰ ਲਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਭਗਤੂ ਤੋਂ ਬਾਅਦ ਫਿਰ ਬਾਕੀ ਸਿੱਖਾਂ ਬਾਰੇ ਵੀ ਮੈਂ ਲਿਖਾਂਗਾ, ਉਹਨਾਂ ਬਾਰੇ ਵੀ ਸੁਣਾਵਾਂਗਾ ਕਿ ਜਿਵੇਂ ਉਹਨਾਂ ਦੇ ਬਾਰੇ ਮੈਂ ਸੁਣਿਆ, ਜਿਵੇਂ ਸਮਝ ਲੱਗੀ ਉਹ ਵੀ ਲਿਖਾਂਗਾ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਹੈ। ਅੱਗੇ ਅਧਿਆਇ ਨੰਬਰ 41 ਸ਼ੁਰੂ ਕਰਦੇ ਆ। ਇੱਥੇ ਜਿਵੇਂ ਭਾਈ ਭਗਤੂ ਦਾ ਜਨਮ ਹੋਇਆ ਉਹ ਸਾਰੀ ਸਾਖੀ ਲਿਖਦੇ ਨੇ। ਦੋਹਰਾ ਸਿੱਧੂ ਕੁਲ ਮਹਿ ਜਾਟ ਇੱਕ, ਭੁੱਲਰੀਏ ਸ਼ੁਭ ਗੋਤ। ਆਦਮ ਜਿਸ ਕੋ ਨਾਮ ਹੈ, ਕਰ ਸੰਤਤ ਨ ਹੈ ਹੋਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਧੂ ਕੁਲ ਦੇ ਵਿੱਚ ਇੱਕ ਜੱਟ ਹੈ, ਜਿਹਦਾ ਨਾਂ ਭਾਈ ਆਦਮ ਹੈ, ਔਰ ਗੋਦ ਕਰਕੇ ਭੁੱਲਰ ਕਹਿੰਦੇ ਨੇ, ਭੁੱਲਰੀਏ ਨੇ। ਪਰ ਇਹਨਾਂ ਦੇ ਘਰ ਵਿੱਚ ਕੋਈ ਧੀ, ਕੋਈ ਪੁੱਤਰ, ਕਿਸੇ ਤਰ੍ਹਾਂ ਦੀ ਕੋਈ ਸੰਤਾਨ ਨਹੀਂ ਸੀ। ਆਦਮ ਨਾਮ ਭਇਓ ਤਿਸ ਬੰਸ ਮੈਂ, ਕਾਰ ਕਰੈ ਕ੍ਰਿਸ ਭਾਗ ਬਿਲੰਦਾ। ਕਹਿੰਦੇ ਉਹ ਆਦਮ ਉਹਦਾ ਨਾਂ, ਉਹਨਾਂ ਦੀ ਵੰਸ਼ ਵਿੱਚ ਉਹਦਾ ਨਾਂ ਆਦਮ ਹੀ ਸੀ। ਵੱਡੇ ਭਾਗਾਂ ਵਾਲਾ ਉਹ ਖੇਤੀ ਦਾ ਕੰਮ ਕਰਦਾ ਸੀ, ਕਿਸਾਨ ਸੀ, ਜੱਟ ਜ਼ਿਮੀਂਦਾਰ ਸੀ। ਨੰਦਨ ਹੋਵਣ ਕੋ ਚਿਤਵੈ ਬਹੋ, ਕਾਲ ਬਿਤਾਵਤ ਚਿੰਤ ਅਮੰਦਾ। ਪਰ ਘਰ ਵਿੱਚ ਕੋਈ ਧੀ, ਕੋਈ ਪੁੱਤਰ ਨਾ ਹੋਣ ਕਰਕੇ, ਸੰਤਾਨ ਨਾ ਹੋਣ ਕਰਕੇ ਇਹ ਭਾਈ ਆਦਮ ਔਰ ਇਹਦੇ ਘਰ ਵਾਲੇ ਹਰ ਵੇਲੇ ਸੋਚਾਂ ਦੇ ਵਿੱਚ ਵੀ ਰਹਿੰਦੇ ਨੇ, ਔਰ ਹਰ ਥਾਂ 'ਤੇ ਜਿੱਥੇ ਕਿਤੇ ਜਾ ਸਕਦੇ ਸਨ ਜਾ ਕੇ ਜਾਚਨਾ ਵੀ ਕੀਤੀ, ਘਰ ਵਿੱਚ ਕੋਈ ਧੀ, ਕੋਈ ਪੁੱਤਰ ਮਿਲ ਜੇ। ਪੁੱਤਰ ਵਾਸਤੇ ਬੜੇ ਇਹਨਾਂ ਨੇ ਤਰਲੇ ਲਏ, ਪਰ ਘਰ ਵਿੱਚ ਪੁੱਤਰ ਪੈਦਾ ਨਹੀਂ ਹੋਇਆ।
बीत गए बहु संपत या बिद, संतत न है भय सुख कंदा। कहते ना कईयां दे बारे सुनिया, कईयां दे कोल गए, जिथे नहीं सी जाना उत्थे भी गए। कई साल बीत गए पर घर दे विच संतान पैदा नहीं हुई। पीर विसाल फकीरन जाल, रहियो सब सेवत भाग सुबरंदा। जे किसी ने किसी पीर कोल जाने वास्ते क्या, उत्थे भी गया। किसी फकीर कोल गया, फकीर कोल भी उत्थे भी चला गया। किसी ने जग किया, जग करा दिता। किसी ने लंगर किया, लंगर ला दिता। बस जिथे किथे किसी ने जिवें भी किया, सब कुछ करके वेख लिया, पर घर दे विच मुकदी गल संतान नहीं हुई। सेवा करत रहो चिरकाला, संतत के अभिलाख विसाला। बड़े लंबे समय तक कदे किसी पीर की सेवा करनी, कदे किसी संत की सेवा करनी। संतान की बड़ी अभिलाषा सी, घर विच ना हुए। पूरे चाहत हुंदी माँ प्यो सी बणीए। कहते प्राप्त भई सो नाही, चिंता चितवत बहु चित माही। पर भाई आदम नूं किसी भी तरीके ते कितों भी संतान प्राप्त नहीं हुई। बड़ी चिंता दे विच रहिंदे सन। को एक मिलियो सिख जब गुरु को, तिस सो कहो मनोरथ उर को। कहते एक बार भाई आदम नूं कोई गुरु का सिख मिलिया, और भाई आदम ने अपने अंदर की गल उन्होंने भी कह दी कि घर विच संतान कोई नहीं, पुत्र कोई नहीं, परेशान बड़े रहने हैं। कहते प्राप्त भय सो नाही, निके कीने अणक उपाए। प्राप्त पुत्र सो मुझ किस थाए। कहते मैं बड़े यतन किए, बड़े उपाय किए, बड़े पीर फकीर मनाए, पर भाई जी कितों भी पुत्र नहीं मिलिया, घर विच संतान नहीं हुई। सुन कै सिख कीण उपदेश, मानो मेरो कहो अशेष। कहते जो गुरु के सिख ने भाई आदम की गल सुनी, तो गुरु का सिख बड़े प्रेम नाल कहता भाई बड़िया कोल तू जा है, पर हुण एक बार मेरी गल भी मन के वेख ले। श्री नानक भे जग अवतार, निरंकार के बड़े आकार। वो सिख कहता कि भाई आदम जी, धन गुरु नानक देव सच्चे पातशाह जी आप इस संसार दे विच रब आए सन। वो आप नारायण कला धार जग में परवरियो। रब ने आप धन गुरु नानक साहिब दे रूप विच अवतार लिया सी। तिन पीछे गुर अंगद भयो, अमरदास पुन तिस थल थियो। तो सिख सुनाउंदा कि भाई आदम जी धन गुरु नानक साहिब तो बाद फिर उन्होंने थां ते गुरता गद्दे ते गुरु अंगद देव जी बैठे। उन्होंने तो बाद गुरु अमरदास जी होए। तीनों पातशाह ते पाछे, चतुर्थ गुरु भए अब्याचे। कहते वो सिख ने फिर दसिया कि भाई तीन गुरु साहबाना तो बाद हुण चौथे पातशाह बैठा सोढी पातशाह रामदास सतगुरु कहावे कि चौथे पातशाह जी हुण गुरता गद्दे ते बैठे ने, वो आप ही गुरु नानक साहिब का रूप ने। सतगुरु रामदास जिन नाम, पूर्ण करे संपूर्ण काम। तो ये सुन के भाई आदम दे एकदम अंदर कोई रौनक जी आई। पुछदा भाई फिर उन्हों का नाम की है? कहते वो धन धन सतगुरु गुरु रामदास जी उन्हों का नाम है। और पूर्ण करे संपूर्ण काम, कोई भी भावना नाल जावे उन्होंने काम संपूर्ण होंदे ने, उन्होंने भावना पूरी होंदी है। कर सेवा तिन के अब जाए, पुत्र कामना तहते पाए। और सिख ने दसिया कि भाई आदम जी जे चाहुंदे घर विच पुत्र आवे, फिर धन गुरु रामदास दे जाके चरणों च सेवा कर, उन्होंने लंगर की सेवा कर। आदम जाट बात सिख सुन कै, वृद्ध अवस्था अपनी गुण कह। जदों उस जट ने भाई आदम ने इस गुरु के सिख की गल सुनी, तो फिर अपने चिट्टे दाड़े वाले भी देखता है, सोचता है कि हुण तो रुख सुक गया है,
शरीर जरा वडेरा हो गया है। शुष्क वृक्ष के फल होए कैसे, संशय होत विचार ते ऐसे। और भाई आदम अपने मन में विचारा करदा, जेड़ा रुख सुक ही जाए तो सुके हुए रुख नूं फल कित्थे लगना है। मन दे विच शंका भी है, संशय भी है कि हुण तो उम्र बीत गई। चितवत चिंत पुणे चित ठानी, जे करहो गुर सेव महानी। कहते पहलों तो चिंता करता होया मन में सोचता भाई आदम, तो सोचते सोचते नूं विचार आई कि चलो जे पुत्र ना भी होवे, औलाद ना भी मिले, तो ये गल मन में पक्की कर ली कि मैं गुरु साहब की सेवा फिर भी जाके करांगा। होए जे नहीं पुत्र अब मेरे, पावों गत पर लोक अशेरे। कि जे हुण पिछली उम्रे चलो पुत्र ना भी होवे, गुरु की सेवा करके घट्टो घट्ट जिहड़ा पुत्र का मोह है, ये जिहड़ी अंदर एक मंग है, इहदे तो मुक्ति मिलेगी, अगे परलोक तो सुधर जाएगा। एवं मन ठान संग लैदारा, गुर की सेवा हेत पधारा। कहते भाई आदम ने मन में विचार की, जाके घर अपनी घरवाली नाल कीती, अपनी घरवाली नाल लिया और सेवा वास्ते चला गया। करे दूर ते बंधन जाए, संगत बिखै रहो कर थाए। भाई आदम ने पहली बारी जाके धन गुरु रामदास जी के दर्शन किए और पता नहीं सी, दूर तो ही नमस्कार की, संगत में जाके बैठ गए। काष्ट शुष्क भारो दोए आना, एक तो रखे अपन ठिकाना। और गुरु घर में जाके एक पासे ने अपना तंबू लाया, घर बना लिया। इन्हें जी सेवा उतों जाके संभाली, रोज़ 2 पंडा सुक्कियां लकड़ा लैके आंदा है, एक पंड लिया के लंगर दे विच दिंदा है, और एक पंड जिथे घर बनाया, जिथे इन्हें अपना टिकाणा उत्थे बनाया है, उत्थे रख लेंदा है। देग गुरु के होवत जहवा, दूसर भार देत पात हवा। एक अपने घर के कोल रख लेंदा, दूसरी पंड जिथे लंगर तैयार होंदा उत्थे जाके दे आउंदा है। अपन पास ते करत आहार, इस प्रकार गुर के कर कार। हुण भाई आदम गुरु घर दे विच सारा दिन सेवा करता है, तो जिहड़ा लंगर है वो गुरु घरों नहीं छकदा। घर वाली नाल है, कुछ लकड़ा जिथे घर बनाया है उत्थे रखता है, अपने ही रस्त खरीद के लिया और अपने कोलों जिहड़ा प्रशादा रोज़ आप तैयार करके आप ही छकते हैं। खष्ट मास तह रहत बिताए, सेवे सतगुरु हित चित लाए। कहते इस तरह सेवा करदे 1 महीना 2 महीने 3 4 6 महीने बतीत हो गए। और रोज़ का नेम सी कि लकड़ा 2 ही पंडा लियाउणियां ने, एक लंगर में, एक अपने घर को रख लैनी। और जिहड़ी अपने घर दे कोल रखनी उन्हां लकड़ां दा की करदा सी। पूरे जिहड़ा रहिंदा प्रसंग है ये आपां कल विचारांगे। जिवें भाई भगतू का जन्म होना है, ये सारी कथा कवि संतोख सिंह जी वो सुना रहे हैं। समय के मुताबिक इतनी बेनती प्रवान करनी है जी, हुई भुलों की खिमा। आओ 1-2 मिनट होर रसना दे नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु